ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਤੇ ਮੈਂ ਸੁਰਭੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਜੀ ਹਾਂ, ਸਭ ਤੋਂ ਪਹਿਲੀ ਅਪਡੇਟ ਸਾਹਮਣੇ ਆਈ ਹੈ ਜੀ ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਨੇ ਇੱਕ ਹੋਰ ਨਵਾਂ ਫੈਸਲਾ ਲੈ ਲਿਆ ਹੈ। ਇਸ ਤੋਂ ਪਹਿਲਾਂ ਵੀ ਡੋਨਾਲਡ ਟਰੰਪ ਲਗਾਤਾਰ ਕੋਈ ਨਾ ਕੋਈ ਨਵਾਂ ਫੈਸਲਾ ਲੈਂਦੇ ਹੋਏ ਨਜ਼ਰ ਆਉਂਦੇ ਨੇ, ਪਰ ਹੁਣ ਇੱਕ ਵਾਰ ਫਿਰ ਤੋਂ ਡੋਨਾਲਡ ਟਰੰਪ ਨੇ ਜੋ ਫੈਸਲਾ ਲਿਆ ਹੈ ਇਹ ਕਿਤੇ ਨਾ ਕਿਤੇ ਵਿਦੇਸ਼ੀ ਵਿਦਿਆਰਥੀਆਂ ਤੇ ਬਹੁਤ ਵੱਡਾ ਪ੍ਰਭਾਵ ਪਾਉਣ ਵਾਲਾ ਹੈ। ਸੋ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿਹੜਾ ਡੋਨਾਲਡ ਟਰੰਪ ਦਾ ਤਣਾਅ ਹੈ ਉਹ ਹਾਲੇ ਤੱਕ ਸ਼ਾਂਤ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਡੋਨਾਲਡ ਟਰੰਪ ਵੱਲੋਂ ਹਾਰਵਰਡ ਯੂਨੀਵਰਸਿਟੀ ਦੇ ਕਾਫੀ ਫੰਡ ਰੋਕ ਦਿੱਤੇ ਗਏ ਸੀਗੇ ਅਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਸੀ ਅਤੇ ਇਸ ਯੂਨੀਵਰਸਿਟੀ ਦੇ ਉੱਤੇ ਕਾਰਵਾਈ ਕੀਤੀ ਗਈ ਸੀ। ਹੁਣ ਡੋਨਾਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ, ਇੱਕ ਫੈਸਲਾ ਕੀਤਾ ਹੈ। ਤੁਹਾਨੂੰ ਦੱਸਵਾਂ ਕਿ ਹਾਰਵਰਡ ਯੂਨੀਵਰਸਿਟੀ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕੇਗੀ। ਅਮਰੀਕਾ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਈਵੀ ਲੀਗ ਸਕੂਲ ਨਾਲ ਵੱਧ ਰਹੇ ਟਕਰਾਅ ਦੇ ਵਿਚਕਾਰ ਹਾਰਵਰਡ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਯੋਗਤਾ ਨੂੰ ਰੋਕ ਦਿੱਤਾ ਹੈ। ਜੀ ਹਾਂ, ਇਸ ਫੈਸਲੇ ਤੋਂ ਬਾਅਦ ਹਾਰਵਰਡ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਰਜਿਸਟਰ ਨਹੀਂ ਕਰ ਸਕੇਗਾ ਅਤੇ ਨਾ ਹੀ ਅਜਿਹੇ ਵਿਦਿਆਰਥੀਆਂ ਨੂੰ ਦਾਖਲਾ ਦੇ ਸਕੇਗਾ। ਤੁਹਾਨੂੰ ਦੱਸਵਾਂ ਕਿ ਬਹੁਤ ਸਾਰੇ ਵਿਦਿਆਰਥੀ ਜੋ ਵਿਦੇਸ਼ੀ ਵਿਦਿਆਰਥੀ ਨੇ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਂਦੇ ਨੇ। ਸਭ ਤੋਂ ਵੱਡੀ ਯੂਨੀਵਰਸਿਟੀ ਅਮਰੀਕਾ ਦੀ ਮੰਨੀ ਜਾਂਦੀ ਹੈ, ਜਿਸ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਨੇ। ਖਾਸ ਤੌਰ ਤੇ ਵਿਦੇਸ਼ੀ ਵਿਦਿਆਰਥੀ ਸਭ ਤੋਂ ਪਹਿਲੀ ਤਰਜੀਹ ਇਸ ਯੂਨੀਵਰਸਿਟੀ ਨੂੰ ਦਿੰਦੇ ਨੇ। ਪਰ ਹੁਣ ਇਸ ਯੂਨੀਵਰਸਿਟੀ ਦੇ ਨਾਲ ਅਮਰੀਕੀ ਸਰਕਾਰ ਦਾ ਤਕੜਾ ਝੰਜਟ ਚੱਲ ਰਿਹਾ ਇੱਕ ਹਿਸਾਬ ਦੇ ਨਾਲ, ਯਾਨੀ ਕਿ ਹੁਣ ਦੋਨਾਂ ਦੇ ਵਿੱਚ ਇੱਕ ਟਕਰਾਅ ਚੱਲ ਰਿਹਾ। ਇਸ ਟਕਰਾਅ ਦੇ ਚੱਲਦੇ ਅਮਰੀਕੀ ਸਰਕਾਰ ਨੇ ਇਸ ਯੂਨੀਵਰਸਿਟੀ ਦੇ ਉੱਪਰ ਕਾਰਵਾਈ ਕੀਤੀ ਹੈ ਅਤੇ ਇਸ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਉੱਥੇ ਹੁਣ ਕੋਈ ਵੀ ਵਿਦੇਸ਼ੀ ਵਿਦਿਆਰਥੀ ਨਹੀਂ ਦਾਖਲਾ ਲੈ ਸਕੇਗਾ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਜੋ ਵਿਦਿਆਰਥੀ ਉੱਥੇ ਇਸ ਸਮੇਂ ਮੌਜੂਦ ਨੇ ਉਹਨਾਂ ਦਾ ਕੀ ਬਣੇਗਾ, ਉਹ ਮੈਂ ਤੁਹਾਨੂੰ ਦੱਸੂੰਗੀ। ਪਹਿਲਾਂ ਤੁਹਾਨੂੰ ਦੱਸਵਾਂ ਕਿ ਵਿਦਿਆਰਥੀਆਂ ਨੂੰ ਦਾਖਲਾ ਜਿਹੜਾ ਹੈ ਨਹੀਂ ਮਿਲੇਗਾ। ਐਸੇ ਵਿਦਿਆਰਥੀਆਂ ਨੂੰ, ਖਾਸ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਫੈਸਲੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਜ਼ਾਰਾਂ ਮੌਜੂਦਾ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਦੇ ਵਿੱਚ ਤਬਦੀਲ ਹੋਣਾ ਪਵੇਗਾ। ਜੀ ਹਾਂ, ਜੋ ਇਸ ਟਾਈਮ ਇਸ ਯੂਨੀਵਰਸਿਟੀ ਵਿੱਚ ਮੌਜੂਦ ਨੇ ਜਾਂ ਇੱਥੇ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਦੂਸਰੇ ਕਾਲਜਾਂ ਸਕੂਲਾਂ ਦੇ ਵਿੱਚ ਟ੍ਰਾਂਸਫਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਾਂ ਦੇਸ਼ ਛੱਡਣਾ ਪਵੇਗਾ। ਦੋ ਵਿਕਲਪ ਸਾਹਮਣੇ ਆ ਰਹੇ ਨੇ, ਜਾਂ ਤਾਂ ਉਹ ਵਿਦੇਸ਼ੀ ਵਿਦਿਆਰਥੀ ਦੇਸ਼ ਛੱਡ ਦੇਣਗੇ ਜਾਂ ਕਿਸੇ ਦੂਸਰੀ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਦਾਖਲਾ ਲੈ ਲੈਣਗੇ। ਇਸ ਫੈਸਲੇ ਦੇ ਨਾਲ ਹਜ਼ਾਰਾਂ ਵਿਦਿਆਰਥੀਆਂ ਦੀ ਕਾਨੂੰਨੀ ਸਥਿਤੀ ਤੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਸੋ ਜਿਨ੍ਹਾਂ ਦੇ ਵਿੱਚ ਇਸ ਸਮੇਂ ਯੂਨੀਵਰਸਿਟੀ 'ਚ ਦਾਖਲ ਲਗਭਗ 800 ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਜੀ ਹਾਂ, ਇਹ ਗਿਣਤੀ ਹਜ਼ਾਰਾਂ ਦੇ ਕਰੀਬ ਹੈ, ਜਿਸ ਵਿੱਚ 800 ਸਾਡੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਨੇ। ਇਹਨਾਂ ਨੂੰ ਵੀ ਟ੍ਰਾਂਸਫਰ ਕਰਨਾ ਪਏਗਾ, ਜਾਂ ਤਾਂ ਇਹਨਾਂ ਨੂੰ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਭੇਜ ਦਿੱਤਾ ਜਾਏਗਾ ਜਾਂ ਤਾਂ ਦੇਸ਼ ਤੋਂ ਬਾਹਰ ਜਾਣਾ ਪਏਗਾ। ਸੋ ਤੁਹਾਨੂੰ ਦੱਸਦਾਂ ਕਿ 100 ਦੇਸ਼ਾਂ ਤੋਂ ਵਿਦਿਆਰਥੀ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ। ਟਰੰਪ ਪ੍ਰਸ਼ਾਸਨ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਕੈਡਮਿਕ ਐਕਸਚੇਂਜ ਦਾਖਲਾ ਪ੍ਰੋਗਰਾਮ, ਜਿਸ ਨੂੰ SEVP ਵੀ ਕਿਹਾ ਜਾਂਦਾ ਹੈ, ਪ੍ਰਮਾਣੀਕਰਨ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਹਾਰਵਰਡ ਨੇ ਅਮਰੀਕਾ ਵਿਰੋਧੀ ਅੱਤਵਾਦ ਪੱਖੀ ਅੰਦੋਲਨਕਾਰੀਆਂ ਨੂੰ ਕੈਂਪਸ ਵਿੱਚ ਯਹੂਦੀ ਵਿਦਿਆਰਥੀਆਂ ਦੇ ਹਮਲਾ ਕਰਨ ਦੀ ਆਗਿਆ ਦੇ ਕੇ ਇੱਕ ਅਸੁਰੱਖਿਅਤ ਮਾਹੌਲ ਪੈਦਾ ਕੀਤਾ ਹੈ। ਇਸ ਹੁਕਮ ਵਿੱਚ ਹਾਰਵਰਡ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਤਾਲਮੇਲ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਰਵਰਡ ਨੇ ਇੱਕ ਚੀਨੀ ਅਰਧ ਸੈਨਿਕ ਸਮੂਹ ਦੇ ਮੈਂਬਰਾਂ ਦੀ ਮੇਜ਼ਬਾਨੀ ਕੀਤੀ ਅਤੇ ਉਹਨਾਂ ਨੂੰ ਸਿਖਲਾਈ ਦਿੱਤੀ ਹੈ। ਇਹ ਵੀ ਵੱਡਾ ਕਾਰਨ ਹੈ ਕਿ ਇਸ ਯੂਨੀਵਰਸਿਟੀ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਤਾਜ਼ਾ ਘਟਨਾ 2024 ਵਿੱਚ ਹੀ ਵਾਪਰੀ ਸੀ। ਹਾਰਵਰਡ ਕੈਂਬਰਿਜ ਮੈਸੇਚਿਉਸੇਟਸ ਵਿੱਚ ਆਪਣੇ ਕੈਂਪਸ ਵਿੱਚ ਲਗਭਗ 6800 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਦਾ ਹੈ। ਇਹ ਇਸ ਦੇ ਵਿਦਿਆਰਥੀ ਸੰਗਠਨ ਦੇ 1/4 ਤੋਂ ਵੱਧ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਗ੍ਰੈਜੂਏਟ ਵਿਦਿਆਰਥੀ ਹਨ ਜੋ 100 ਤੋਂ ਵੱਧ ਦੇਸ਼ਾਂ ਤੋਂ ਆਉਂਦੇ ਹਨ। ਆਈਵੀ ਲੀਗ ਸਕੂਲ, ਆਖਿਰ ਇਹ ਸਕੂਲ ਹੁੰਦਾ ਕੀ ਹੈ, ਇਸ ਪਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਈਵੀ ਲੀਗ ਸਕੂਲ ਉੱਤਰ ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ 8 ਸਭ ਤੋਂ ਵਕਾਰੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਮੂਹ ਨੂੰ ਦਰਸਾਉਂਦਾ ਹੈ, ਜੋ ਆਪਣੇ ਸ਼ਾਨਦਾਰ ਅਕੈਡਮਿਕ ਉੱਤਮਤਾ ਅਤੇ ਸਮਾਜਿਕ ਪ੍ਰਤਿਸ਼ਠਾ ਲਈ ਜਾਣੇ ਜਾਂਦੇ ਹਨ। ਇਹ ਯੂਨੀਵਰਸਿਟੀਆਂ ਬਰਾਊਨ, ਕੋਲੰਬੀਆ, ਕਾਰਨੇਲ, ਡਾਰਟਮਾਊਥ, ਹਾਰਵਰਡ, ਪ੍ਰਿੰਸਟਨ, ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਯੇਲ ਹਨ। ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਵਿਦੇਸ਼ਾਂ ਤੋਂ ਪੜ੍ਹਨ ਆਉਂਦੇ ਹਨ ਅਤੇ ਹਮੇਸ਼ਾ ਯੂਨੀਵਰਸਿਟੀਆਂ ਜਿਹੜੀਆਂ ਨੇ ਪਹਿਲੀਆਂ ਤਰਜੀਹ ਰਹੀਆਂ ਹਨ।
ਸੋ ਹਾਰਵਰਡ ਯੂਨੀਵਰਸਿਟੀ ਦੇ ਉੱਪਰ ਹੁਣ ਅਮਰੀਕੀ ਸਰਕਾਰ ਨੇ ਇੱਕ ਵੱਡਾ ਦੋਸ਼ ਲਗਾਇਆ ਹੈ। ਵਿਦੇਸ਼ੀ ਵਿਦਿਆਰਥੀਆਂ ਦੁਆਰਾ ਹਿੰਸਕ ਅਤੇ ਯਹੂਦੀ ਵਿਰੋਧੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਹ ਦੋਸ਼ ਜਿਹੜਾ ਅਮਰੀਕੀ ਸਰਕਾਰ ਵੱਲੋਂ ਲਗਾਇਆ ਗਿਆ ਹੈ, ਇਸ ਨਾਲ ਰਾਸ਼ਟਰੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ। ਇਹ ਯੂਨੀਵਰਸਿਟੀ ਹਮਾਸ ਪੱਖੀ ਵਿਚਾਰਧਾਰਾ ਯਾਨੀ ਅੱਤਵਾਦ ਪੱਖੀ ਵਿਚਾਰਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਹਾਰਵਰਡ ਤੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਸਰਕਾਰ ਨਾਲ ਸਾਂਝੀ ਨਾ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਜਦੋਂ ਤੱਕ ਹਾਰਵਰਡ ਰਿਪੋਰਟਿੰਗ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ, ਇਹ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕੇਗਾ। ਟਰੰਪ ਸਰਕਾਰ ਦੇ ਵੱਲੋਂ ਇੱਕ ਖਾਸ ਫੈਸਲਾ ਕਰ ਦਿੱਤਾ ਗਿਆ ਜਾਂ ਫਿਰ ਮੈਂ ਕਹਾਂ ਹੁਕਮ ਸੁਣਾਇਆ ਗਿਆ ਹੈ। ਹੁਣ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਇਸ ਦੇ ਉੱਤੇ ਭਾਰਤੀ ਵਿਦਿਆਰਥੀਆਂ ਤੇ ਕੀ ਅਸਰ ਪਏਗਾ, ਜਿਨ੍ਹਾਂ ਦੀ ਗਿਣਤੀ ਇਸ ਸਮੇਂ ਉੱਤੇ 800 ਹੈ, 800 ਦੇ ਕਰੀਬ ਕਹੀ ਜਾ ਰਹੀ ਹੈ। ਸੋ ਟਰੰਪ ਦੇ ਫੈਸਲੇ ਦਾ ਅਸਰ ਬਹੁਤ ਸਾਰੇ ਭਾਰਤੀਆਂ ਦੇ ਵੀ ਪਵੇਗਾ। ਓਬਵੀਅਸ ਦੀ ਗੱਲ ਹੈ ਕਿ ਅਗਰ ਬਾਕੀ ਵਿਦੇਸ਼ੀ ਵਿਦਿਆਰਥੀਆਂ ਤੇ ਪਏਗਾ ਤੇ ਭਾਰਤੀ ਵਿਦਿਆਰਥੀਆਂ ਤੇ ਵੀ ਉਹੀ ਅਸਰ ਪਏਗਾ। ਜਿਹੜੇ ਭਾਰਤੀ ਵਿਦਿਆਰਥੀ ਹਾਰਵਰਡ ਵਿੱਚ ਪੜ੍ਹ ਰਹੇ ਹਨ ਜਾਂ ਇਸ ਸਾਲ ਉੱਤੇ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਅਮਰੀਕਾ ਦੇ ਇਸ ਫੈਸਲੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਾਰਵਰਡ ਦੇ ਅਧਿਕਾਰਤ ਦਸਤਾਵੇਜ਼ਾਂ ਅਨੁਸਾਰ ਹਰ ਸਾਲ ਲਗਭਗ 1000 ਭਾਰਤੀ ਵਿਦਿਆਰਥੀ ਇੱਥੇ ਦਾਖਲਾ ਲੈਂਦੇ ਹਨ। ਇਸ ਸਾਲ ਲਗਭਗ 800 ਭਾਰਤੀ ਵਿਦਿਆਰਥੀਆਂ ਨੇ ਹਾਰਵਰਡ ਦੇ ਵਿੱਚ ਦਾਖਲਾ ਲਿਆ। ਇਸ ਵੇਲੇ ਦੁਨੀਆ ਭਰ ਤੋਂ ਹਾਰਵਰਡ ਵਿੱਚ ਲਗਭਗ 10,158 ਵਿਦਿਆਰਥੀ ਅਤੇ ਖੋਜੀ ਦਾਖਲ ਹਨ, ਜਿਨ੍ਹਾਂ ਦੇ ਉੱਤੇ ਹੁਣੇ ਸੰਕਟ ਮੰਡਰਾ ਰਿਹਾ ਹੈ ਅਤੇ ਜਿਨ੍ਹਾਂ ਨੂੰ ਟ੍ਰਾਂਸਫਰ ਕਰਨ ਦੀ ਤਿਆਰੀ ਵੀ ਕਰ ਦਿੱਤੀ ਜਾਏਗੀ। ਸੋ ਇਸ ਨਾਲ ਇਹਨਾਂ ਦੀ ਕਾਨੂੰਨੀ ਸਥਿਤੀ ਜਿਹੜੀ ਹੈ ਉਹ ਚਿੰਤਾ ਦੇ ਵਿੱਚ ਪੈ ਚੁੱਕੀ ਹੈ। ਹੁਣ ਡੋਨਾਲਡ ਟਰੰਪ ਦਾ ਇਹ ਸਖਤ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦਵਾਂ ਕਿ ਇਸ ਤੋਂ ਪਹਿਲਾਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨਕਾਰੀ ਯਾਨੀ ਕਿ ਜਿਹੜੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸੀਗਾ, ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਹਨਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਦੇ ਬਾਵਜੂਦ ਵੀ ਯੂਨੀਵਰਸਿਟੀ ਦੇ ਵੱਲੋਂ ਸ਼ਾਇਦ ਪੂਰੇ ਮਾਪਦੰਡ ਸਾਹਮਣੇ ਨਹੀਂ ਰੱਖੇ ਗਏ। ਇਸ ਕਰਕੇ ਡੋਨਾਲਡ ਟਰੰਪ ਸਰਕਾਰ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਇਹ ਯੂਨੀਵਰਸਿਟੀ ਅਮਰੀਕੀ ਸਰਕਾਰ ਦਾ ਸਾਥ ਨਹੀਂ ਦਿੰਦੀ, ਉਦੋਂ ਤੱਕ ਇਸ ਯੂਨੀਵਰਸਿਟੀ ਦੇ ਉੱਤੇ ਕਾਰਵਾਈ ਇੰਜ ਹੀ ਜਾਰੀ ਰਹੇਗੀ। ਉਧਰ ਹੀ ਦੂਸਰੇ ਪਾਸੇ ਗੱਲ ਕਰ ਲਈਏ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂ ਫਿਰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਦੀ, ਜਿੱਥੇ ਬਹੁਤ ਸਾਰੇ ਐਸੇ ਪ੍ਰਵਾਸੀਆਂ ਨੂੰ ਕੈਦ ਕਰਕੇ ਰੱਖਿਆ ਗਿਆ ਬੇੜੀਆਂ ਪਾ ਕੇ, ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਦੋਸ਼ ਹੈ ਜਾਂ ਫਿਰ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਏਗਾ। ਸੋ ਕਈ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਕਿਤੇ ਨਾ ਕਿਤੇ ਹੁਣ ਸ਼ਾਇਦ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਦਿਲ ਥੋੜਾ ਹੈ ਨਰਮ ਹੁੰਦਾ ਜਾ ਰਿਹਾ ਹੈ। ਇਸ ਕਰਕੇ ਉਹਨਾਂ ਦੇ ਵੱਲੋਂ ਇੱਕ 19 ਸਾਲ ਦੀ ਕੁੜੀ ਨੂੰ ਰਾਹਤ ਦੇਣ ਦਾ ਜਿਹੜਾ ਹੈ ਫੈਸਲਾ ਲਿਆ ਗਿਆ ਹੈ। ਜੀ ਹਾਂ, ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਦੇ ਵਿੱਚ ਸੰਗਲਾ ਦੇ ਨਾਲ ਬਣੀ ਗਈ 19 ਸਾਲ ਦੀ ਕੁੜੀ ਨੂੰ ਆਈਸ ਵਾਲਿਆਂ ਨੇ ਰਿਹਾ ਕਰਨ ਦਾ ਫੈਸਲਾ ਲਿਆ ਹੈ। ਸਿਰਫ 4 ਸਾਲ ਦੀ ਉਮਰ ਵਿੱਚ ਅਮਰੀਕਾ ਪੁੱਜੀ ਜ਼ਿਮਨਾ ਆਰੀਅਸ ਕ੍ਰਿਸਟਾਬੈਲ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਬੇੜੀਆਂ ਵਿੱਚ ਜਕੜ ਕੇ ਰੱਖਿਆ ਗਿਆ ਸੀ, ਜਦਕਿ ਅਮਰੀਕੀ ਸਰਕਾਰ ਦੇ ਵੱਲੋਂ ਜਾਂ ਫਿਰ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਹੈ ਕਿ ਅਗਰ ਕਿਸੇ ਦਾ ਅਪਰਾਧੀ ਰਿਕਾਰਡ ਹੋਏਗਾ, ਅਗਰ ਉਹ ਗੈਰ ਕਾਨੂੰਨੀ ਹੋਏਗਾ, ਨਾਲ ਦੀ ਨਾਲ ਉਹ ਗੈਰ ਕਾਨੂੰਨੀ ਵੀ ਹੋਏਗਾ, ਤਾਂ ਉਸ ਨੂੰ ਹਿਰਾਸਤ ਵਿੱਚ ਲਿਆ ਜਾਏਗਾ ਤੇ ਉਸ ਨੂੰ ਡਿਪੋਰਟ ਕਰ ਦਿੱਤਾ ਜਾਏਗਾ। ਪਰ ਕ੍ਰਿਸਟਾਬੈਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਇਸ ਦੇ ਬਾਵਜੂਦ ਵੀ ਉਹ ਬੇੜੀਆਂ ਦੇ ਵਿੱਚ ਜਾਂ ਫਿਰ ਕਵਾਂ ਸੰਗਲਾ ਦੇ ਵਿੱਚ ਬਣੀ ਹੋਈ ਸੀਗੀ, ਜਿਸ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋ ਅੰਦਾਜ਼ਾ 1 ਮਹੀਨੇ ਬਾਅਦ ਜੱਜ ਸਾਹਮਣੇ ਉਸ ਨੂੰ ਪੇਸ਼ ਕੀਤਾ ਗਿਆ। ਦੂਜੇ ਪਾਸੇ ਸਿਟੀਜ਼ਨਸ਼ਿਪ ਇੰਟਰਵਿਊ ਦੇ ਬਹਾਨੇ ਆਈਸ ਵੱਲੋਂ ਕਾਬੂ ਕੀਤੇ ਗਏ ਮੋਹਸੀਨ ਮਦਾਵੀ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਡਿਗਰੀ ਮਿਲ ਗਈ ਹੈ। ਜੀ ਹਾਂ, ਮੋਹਸੀਨ ਨੂੰ ਕੁਝ ਦਿਨ ਪਹਿਲਾਂ ਹੀ ਇਮੀਗ੍ਰੇਸ਼ਨ ਹਿਰਾਸਤ ਵਿੱਚੋਂ ਰਿਹਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਜਾਰਜੀਆ ਦੇ ਡਾਲਟਨ ਸ਼ਹਿਰ ਦੇ ਪੁਲਿਸ ਨੇ ਪਿਛਲੇ ਦਿਨੀ 19 ਸਾਲ ਦੀ ਵਿਦਿਆਰਥਣ ਵਿਰੁੱਧ ਲਾਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਾਪਸ ਲੈ ਲਏ, ਪਰ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਾਲੇ ਉਸ ਨੂੰ ਰਿਹਾ ਕਰਨ ਲਈ ਰਾਜ਼ੀ ਨਹੀਂ ਹੋਏ ਸਨ। ਕ੍ਰਿਸਟਾਬੈਲ ਇਸ ਵੇਲੇ ਜਾਰਜੀਆ ਦੇ ਲੰਪਕਿਨ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ। ਆਈਸ ਦੇ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਨੇ ਇਸ ਬਾਰੇ ਕਿਹਾ ਸੀ ਕਿ ਕ੍ਰਿਸਟਾਬੈਲ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਈ, ਜਿਸ ਦੇ ਮੱਦੇਨਜ਼ਰ ਉਹ ਕਿਸੇ ਰਾਹਤ ਦੀ ਹੱਕਦਾਰ ਨਹੀਂ ਹੈ, ਜਦਕਿ ਕ੍ਰਿਸਟਾਬੈਲ ਉਦੋਂ 4 ਸਾਲ ਦੀ ਸੀ ਜਦੋਂ ਅਮਰੀਕਾ ਵਿੱਚ ਦਾਖਲ ਹੋਈ ਸੀ। ਉਹਨਾਂ ਨੇ ਕਿਹਾ ਹੈ ਕਿ ਕ੍ਰਿਸਟਾਬੈਲ ਅਤੇ ਉਸਦੇ ਪਿਤਾ ਨੂੰ ਸੈਲ ਰਿਪੋਰਟ ਹੋਣ ਦਾ ਮੌਕਾ ਵੀ ਦਿੱਤਾ ਜਾ ਸਕਦਾ ਹੈ, ਪਰ ਮੁਲਕ ਵਿੱਚ ਰਹਿਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ। ਕ੍ਰਿਸਟਾਬੈਲ ਨੇ ਓਬਾਮਾ ਸਰਕਾਰ ਵੱਲੋਂ ਲਿਆਂਦੇ ਗਏ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ ਯਾਨੀ ਡਾਕਾ ਅਧੀਨ ਅਰਜ਼ੀ ਦਾਇਰ ਕਰਨ ਦਾ ਯਤਨ ਕੀਤਾ, ਪਰ 2010 ਵਿੱਚ ਦਾਖਲ ਹੋਏ ਨਾਬਾਲਗ ਇਸ ਦੇ ਘੇਰੇ ਵਿੱਚ ਨਹੀਂ ਸਨ ਆਉਂਦੇ। ਉਧਰ ਮੋਹਸੀਨ ਮਦਾਵੀ, ਜਿਸ ਨੂੰ ਡਿਗਰੀ ਮਿਲੀ ਹੈ,
ਉਸਨੇ ਕਿਹਾ ਹੈ ਕਿ ਉਹ ਸਤੰਬਰ ਵਿੱਚ ਕੋਲੰਬੀਆ ਯੂਨੀਵਰਸਿਟੀ ਪਰਤ ਰਿਹਾ ਹੈ ਅਤੇ ਪੋਸਟ ਗ੍ਰੈਜੂਏਸ਼ਨ ਕੋਰਸ ਆਰੰਭ ਕਰੇਗਾ। ਇੱਥੇ ਦੱਸਣਾ ਬੰਦ ਹੈ ਕਿ ਮੋਹਸੀਨ ਕੋਲ ਗ੍ਰੀਨ ਕਾਰਡ ਹੈ ਅਤੇ ਉਸ ਨੂੰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਦਫ਼ਤਰ ਦੇ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ CBS ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਮੋਹਸੀਨ ਨੇ ਕਿਹਾ ਹੈ ਕਿ ਕੁਝ ਲੋਕ ਨਹੀਂ ਚਾਹੁੰਦੇ ਸਨ ਕਿ ਉਸ ਦੀ ਪੜ੍ਹਾਈ ਮੁਕੰਮਲ ਹੋਵੇ, ਪਰ ਅਮਰੀਕਾ ਵਿੱਚ ਵਸਦੇ ਕੁਝ ਚੰਗੇ ਲੋਕਾਂ ਸਦਕਾ ਡਿਗਰੀ ਉਸ ਨੂੰ ਹਾਸਲ ਹੋ ਚੁੱਕੀ ਹੈ। ਮੋਹਸੀਨ 2 ਹਫ਼ਤੇ ਤੋਂ ਵੱਧ ਸਮਾਂ ਇਮੀਗ੍ਰੇਸ਼ਨ ਹਿਰਾਸਤ ਵਿੱਚ ਰਿਹਾ ਅਤੇ ਜ਼ਿਲ੍ਹਾ ਜੱਜ ਜੈਫਰੀ ਦੇ ਹੁਕਮਾਂ ਤੇ ਰਿਹਾਈ ਮਿਲ ਸਕੇ। ਮੋਹਸੀਨ ਦਾ ਮੁਕੱਦਮਾ ਖਤਮ ਨਹੀਂ ਹੋਇਆ ਅਤੇ ਜੱਜ ਵੱਲੋਂ ਡੂੰਘਾਈ ਦੇ ਨਾਲ ਸਮੀਖਿਆ ਵੀ ਕੀਤੀ ਜਾ ਰਹੀ ਹੈ। ਟਰੰਪ ਸਰਕਾਰ ਮੋਹਸੀਨ ਨੂੰ ਡਿਪੋਰਟ ਕਰਨਾ ਚਾਹੁੰਦੀ ਹੈ ਅਤੇ ਦਲੀਲ ਦਿੱਤੀ ਜਾ ਰਹੀ ਹੈ ਕਿ ਵਿਦੇਸ਼ੀ ਨੀਤੀ ਵਾਸਤੇ ਵੱਡਾ ਖਤਰਾ ਬਣਨ ਵਾਲਿਆਂ ਲਈ ਇਸ ਮੁਲਕ ਵਿੱਚ ਕੋਈ ਜਗ੍ਹਾ ਨਹੀਂ ਹੈ। ਇਸ ਕਰਕੇ ਟਰੰਪ ਸਰਕਾਰ ਐਸੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢੇਗੀ। ਦੂਜੇ ਪਾਸੇ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਹੋਰ ਵਿਦਿਆਰਥੀ ਮੁਹੰਮਦ ਖਲੀਲ ਹੁਣ ਵੀ ਇਮੀਗ੍ਰੇਸ਼ਨ ਹਿਰਾਸਤ ਦੇ ਵਿੱਚ ਹੈ, ਜਿਸ ਨੂੰ 8 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਸੇ 1-2 ਮਾਮਲੇ ਨਹੀਂ, ਐਸੇ ਬਹੁਤ ਸਾਰੇ ਹਿਰਾਸਤ ਵਿੱਚ ਲਏ ਗਏ ਨੇ। ਇਸ ਤੋਂ ਇਲਾਵਾ ਭਾਰਤ ਦੀ ਰੰਜਨੀ ਸ਼੍ਰੀਨਿਵਾਸਨ, ਜਿਸਨੇ ਕੋਲੰਬੀਆ ਯੂਨੀਵਰਸਿਟੀ ਦੇ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਸੀ, ਉਸਨੇ ਖੁਦ ਨੂੰ ਸੈਲਫ ਰਿਪੋਰਟ ਕਰ ਲਿਆ ਸੀ। ਸੋ ਅਮਰੀਕਾ ਵੱਲੋਂ ਸੈਲਫ ਰਿਪੋਰਟ ਜੋ ਹੈ ਹਾਲੇ ਤੱਕ ਜਾਰੀ ਹੈ ਅਤੇ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਕਹਿ ਦਿੱਤਾ ਗਿਆ, ਅਗਰ ਕੋਈ ਵੀ ਪ੍ਰਵਾਸੀ ਦੇਸ਼ ਤੋਂ ਬਾਹਰ ਜਾਣਾ ਚਾਹੁੰਦਾ ਹੈ, ਯਾਨੀ ਬਾਹਰ ਨਿਕਲਣਾ ਚਾਹੁੰਦਾ ਹੈ, ਜਿਸ ਉਤੇ ਕੋਈ ਕਾਰਵਾਈ ਨਾ ਹੋਵੇ, ਅਗਰ ਉਹ ਚਾਹੁੰਦੇ ਨੇ ਤੇ ਖੁਦ ਨੂੰ ਸੈਲਫ ਰਿਪੋਰਟ ਕਰ ਲੈਣ। ਸੋ ਸੈਲਫ ਰਿਪੋਰਟ ਦਾ ਸਿਲਸਿਲਾ ਅਮਰੀਕਾ ਵਿੱਚ ਸ਼ੁਰੂ ਹੋ ਚੁੱਕਿਆ। ਹੌਲੀ-ਹੌਲੀ ਕਰਕੇ ਲੋਕ ਜਿਹੜੇ ਨੇ ਖੁਦ ਨੂੰ ਸੈਲਫ ਰਿਪੋਰਟ ਕਰਨਾ ਸ਼ੁਰੂ ਕਰ ਰਹੇ ਨੇ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਰਿਹਾ, ਜਿਨ੍ਹਾਂ ਦਾ ਕੋਈ ਨਾ ਕੋਈ ਛੋਟਾ-ਮੋਟਾ ਅਪਰਾਧਿਕ ਰਿਕਾਰਡ ਹੈ ਜਾਂ ਫਿਰ ਕਿਸੇ ਨੇ ਟ੍ਰੈਫਿਕ ਉਲੰਘਣਾ ਜਾਂ ਕੋਈ ਵੀ ਨਿਯਮ ਅਗਰ ਅਮਰੀਕਾ ਵਿੱਚ ਤੋੜਿਆ ਹੈ, ਉਸ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਤੁਹਾਡਾ ਮਾਮੂਲੀ ਜਿਹਾ ਕੋਈ ਵੀ ਰੂਲ ਤੋੜਨਾ ਵੀ ਕਿੰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਸੋ ਅਮਰੀਕਾ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸਵਾਂ, ਇਹ ਇੱਕ ਕਈਆਂ ਦੇ ਲਈ ਬਹੁਤ ਚੰਗੀ ਖਬਰ ਵੀ ਹੈ ਤੇ ਕਈਆਂ ਦੇ ਲਈ ਇੰਨੀ ਖਾਸ ਵੀ ਨਹੀਂ ਹੈ। ਸੋ ਇਹ ਚੰਗੀ ਉਹਨਾਂ ਦੇ ਲਈ ਹੈ ਜੋ ਓਵਰ ਟਾਈਮ ਦੇ ਉੱਤੇ ਆਮਦਨ ਕਮਾਉਂਦੇ ਨੇ। ਜੀ ਹਾਂ, ਅਮਰੀਕਾ ਦੀ ਸੈਨੇਟ ਦੇ ਵੱਲੋਂ ਨੋ ਟੈਕਸ ਔਨ ਟਿਪਸ ਐਕਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅਤੇ ਹੁਣ 1,60,000 ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਓਵਰ ਟਾਈਮ ਰਾਹੀਂ ਹੋਣ ਵਾਲੀ ਕਮਾਈ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਟੈਕਸਸ ਤੋਂ ਸੈਨੇਟ ਮੈਂਬਰ ਟੈਡ ਕਰੂਜ਼ ਵੱਲੋਂ ਜਨਵਰੀ ਵਿੱਚ ਇਹ ਬਿੱਲ ਲਿਆਂਦਾ ਗਿਆ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ 2 ਸੈਨੇਟ ਮੈਂਬਰ ਜੈਕੀ ਰੋਜ਼ਨ ਅਤੇ ਕੈਥਰੀਨ ਕੋਰਟੇਜ਼ ਮੈਸਟੋ ਇਸ ਦੇ 2 ਕੋ-ਸਪਾਂਸਰ ਰਹੇ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟਿਪ ਤੇ ਗੁਜ਼ਾਰਾ ਕਰਨ ਵਾਲੇ ਸਭ ਤੋਂ ਵੱਧ ਕਾਮੇ ਨੇਵਾਡਾ ਸੂਬੇ ਵਿੱਚ ਹਨ ਅਤੇ ਨਵਾਂ ਕਾਨੂੰਨ ਉਹਨਾਂ ਵਾਸਤੇ ਵੱਡੀ ਰਾਹਤ ਲੈ ਕੇ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਆਪਣੇ ਚੋਣ ਵਾਅਦਿਆਂ ਵਿੱਚ ਇਹ ਬਿੱਲ ਤਰਜੀਹੀ ਤੌਰ ਤੇ ਸ਼ਾਮਲ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਟਰੰਪ ਅਤੇ ਕਮਲਾ ਹੈਰਿਸ ਵੱਲੋਂ ਆਪੋ ਆਪਣੇ ਤਰੀਕੇ ਨਾਲ ਇਹ ਰਾਹਤ ਦੇਣ ਦਾ ਐਲਾਨ ਕੀਤਾ ਗਿਆ, ਪਰ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਨੂੰ ਟੈਡ ਕਰੂਜ਼ ਵਾਲਾ ਬਿੱਲ ਵਧੇਰੇ ਪਸੰਦ ਆਇਆ। ਦੂਸਰੇ ਪਾਸੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਅਤੇ ਟੈਕਸ ਨੀਤੀਆਂ ਦੇ ਜਾਣਕਾਰਾਂ ਵੱਲੋਂ ਬਿੱਲ ਦੇ ਸਰੂਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਟਿਪਸ ਤੇ ਲੱਗਣ ਵਾਲੇ ਟੈਕਸ ਦਾ ਖਾਤਮਾ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਨ ਵਾਲਿਆਂ ਦੀ ਮਾਮੂਲੀ ਜਿੱਤ ਹੈ, ਯਾਨੀ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਦੀ ਆਮਦਨ ਇੰਨੀ ਨਹੀਂ ਕਿ ਉਹ ਫੈਡਰਲ ਟੈਕਸ ਦੇ ਘੇਰੇ ਵਿੱਚ ਆਉਣ। ਸੋ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਰੈਸਟੋਰੈਂਟ ਦੇ ਮਾਲਕ ਆਪਣੀ ਮਨਮਾਨੀ ਕਰਨਗੇ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਟਿਪਸ ਦੇ ਹਿਸਾਬ ਦੇ ਨਾਲ ਤੈਅ ਕੀਤੀਆਂ ਜਾਣਗੀਆਂ। ਸੋ ਇਸ ਫੈਸਲੇ ਨੂੰ ਲੈ ਕੇ ਕੋਈ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਨੇ, ਯਾਨੀ ਇਸ ਦਾ ਵਿਰੋਧ ਵੀ ਕਰ ਰਹੇ ਨੇ, ਪਰ ਕੋਈ ਇਸ ਦੇ ਹੱਕ ਦੇ ਵਿੱਚ ਵੀ ਨੇ। ਸੋ ਹੁਣ ਤੁਹਾਨੂੰ ਦੱਸਦੇ ਹਾਂ ਜੀ ਉਸ ਅਪਡੇਟ ਬਾਰੇ ਜਿਸ ਦਾ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ, ਉਹ ਹੈ ਜੀ ਕਰੋਨਾ ਦੀ ਅਪਡੇਟ। ਜੀ ਹਾਂ, ਜਿਵੇਂ ਤੁਸੀਂ ਸੁਣ ਰਹੇ ਹੋਵੋਗੇ ਕਿ ਕਰੋਨਾ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ ਅਤੇ ਕਈ ਦੇਸ਼ਾਂ ਦੇ ਵਿੱਚ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਤਾਂ ਇਸ ਹਾਲਾਤ ਦੇ ਵਿੱਚ ਤੁਹਾਨੂੰ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਖਾਸ ਤੌਰ ਤੇ ਉਹਨਾਂ ਦੇਸ਼ਾਂ ਤੋਂ ਜਾਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਸ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਨੇ। ਸੋ ਕਰੋਨਾ ਇੱਕ ਵਾਰ ਫਿਰ ਤੋਂ ਸਰਗਰਮ ਹੋ ਚੁੱਕਿਆ ਹੈ, ਜਿਸ ਕਰਕੇ ਹੁਣ ਚਿੰਤਾਵਾਂ ਵੀ ਵੱਧ ਚੁੱਕੀਆਂ ਨੇ। ਹਾਂਗਕਾਂਗ ਹੋ ਗਿਆ, ਥਾਈਲੈਂਡ ਵਰਗੇ ਦੇਸ਼ਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਖੁਦ ਨੂੰ ਸੈਨੀਟਾਈਜ਼ ਕਰਨ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜਨਤਕ ਦੂਰੀ ਬਣਾਉਣ ਦੇ ਲਈ ਤੇ ਖੁਦ ਨੂੰ ਆਈਸੋਲੇਟ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਕਿ ਹੁਣ ਲਗਾਤਾਰ ਬਾਕੀ ਦੇਸ਼ਾਂ ਦੇ ਵਿੱਚ ਵੀ ਚਿੰਤਾ ਪੈਦਾ ਕਰ ਰਿਹਾ ਹੈ। ਭਾਰਤ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੁਣ ਇਸ ਦੀ ਚਿੰਤਾ ਵਧਦੀ ਜਾ ਰਹੀ ਹੈ। ਜਿਵੇਂ ਭਾਰਤ ਦੀ ਗੱਲ ਕਰਾਂ ਤੇ ਭਾਰਤ ਦੇ ਵਿੱਚ ਵੀ 95 ਮਾਮਲੇ ਕਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਨੇ। ਜੀ ਹਾਂ, ਇਹ ਕਰੋਨਾ ਵਾਇਰਸ ਦਾ ਨਵਾਂ ਸਰੂਪ ਹੈ ਜੋ ਕਿ ਹੁਣ ਆਪਣਾ ਵੱਡਾ ਰੂਪ ਲੈਂਦਾ ਜਾ ਰਿਹਾ ਹੈ।
ਸੋ ਜੇਕਰ ਤੁਸੀਂ ਜਲਦੀ ਹੀ ਕਿਤੇ ਛੁੱਟੀਆਂ ਮਨਾਉਣ ਜਾਣ ਦੀ ਯੋਜਨਾ ਬਣਾ ਰਹੇ ਹੋ ਜਾਂ ਵੀਕਐਂਡ ਟ੍ਰਿਪ ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਵਾਰ ਸੋਚ ਲਿਓ। ਇੱਕ ਵਾਰ ਫਿਰ ਦੁਨੀਆ ਦੇ ਕੁਝ ਹਿੱਸਿਆਂ 'ਚ ਕੋਵਿਡ-19 ਵਾਪਸ ਆ ਗਿਆ ਤੇ ਕਈ ਵੱਡੇ ਸ਼ਹਿਰਾਂ 'ਚ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ। 2020 ਤੇ 2022 ਦੇ ਵਿਚਕਾਰ ਅਸੀਂ ਸਾਰਿਆਂ ਨੇ ਜਿਸ ਦੁਖਾਂਤ ਦਾ ਸਾਹਮਣਾ ਕੀਤਾ और मौजूदा समय विच एक बार फिर वधदा होया जाप रहा है, जो कि बहुत बड़ी चिंता है। जिवें रेल गड्डी दोबारा पटड़ी ते पहुंची सी, ये रेल गड्डी दोबारा पटड़ी तो उतर भी सकती है। बहुत मुश्किल दे नाल देशां दी अर्थव्यवस्था दे विच सुधार होया है। आम जीवन जिहड़ा है हौली हौली करके जिहड़ा है आम होना शुरू होया। जो आम जीवन लोकां दा सी प्रभावित होया, हौली जी करके आम होया। लोकां ने दोबारा बाजारां दे विच जाना शुरू किया, यानी कि माहौल जिहड़ा सी दोबारा तो एक बार फिर तो वैसा ही हो गया जो पहला सी कोविड तो पहला। पर हुण दोबारा तो अगर कोविड आ जाता है तो हालात कोविड वर्गे हो जाएंगे, जिस करके हर एक चीज़ ठप हो सकती है। अजिही स्थिति विच यात्रा करन तो पहला सावधानी बहुत ज़्यादा जरूरी हो चुकी है। तुहानूं दस दवां कि एशिया के कई हिस्सों विच कोविड के मामले वधे हुए हैं। हालिया रिपोर्टां के अनुसार थाईलैंड, सिंगापुर और हांगकांग वर्गे एशियाई देशों विच कोविड मामलों विच अचानक वाधा होया है। सिंगापुर विच मई के शुरू तो ही मामले 28% वाधा होया और हस्पतालों विच भर्ती होने की गिनती तेजी नाल वध रही है। हांगकांग विच भी इसे तरह की स्थिति विकसित होंदी जा रही है, जिथे सेहत विभाग ने लोगों नूं गैर जरूरी यात्रा तो बचन की अपील की है। थाईलैंड विच 11 तो 17 मई के विचकार 33,000 तो वध नवे कोविड मामले सामने आए हैं, जिन्हां दे विचों 6,000 तो वध इकल्ले बैंकॉक विच हैं। इन्हां हालातां नूं ध्यान विच रखदे होए इन्हां तिन्नां देशां दी यात्रा मुलतवी करना एक सियाणप वाला फैसला होवेगा, क्योंकि अगर तुसीं बचना चाहुंदे हो कोविड तो ते तुहानूं अपनी यात्रा नूं फिलहाल दे लई पोस्टपोन करना चाहिदा है। हुण जे मैं भारत के हालात की गल करा तां घरेलू यात्रा दौरान भी वरतो सावधानी है। भावें भारत विच इस वेले स्थिति काबू विच है, पर कुछ राज्यां विच इन्फैक्शन के मामले चिंतावां वधा रहे हैं। केंद्रीय सेहत मंत्रालय के अनुसार केरल, महाराष्ट्र और तमिलनाडु विच सब तो वध सरगर्म कोविड मामले दर्ज किए गए हैं। केरल दे विच लगातार वध रहे मामलों कारण स्थानक प्रशासन हाई अलर्ट ते है। महाराष्ट्र और तमिलनाडु की स्थिति ते भी नज़र रखी जा रही है और यात्रियों नूं सावधान रहने की सलाह भी दी गई है। यात्रा करन तो पहला कुछ गल्लां दा ध्यान जरूर रखना चाहिए। डेस्टिनेशन की हैल्थ रिपोर्ट की जांच जरूर करो। किसी भी जगह की यात्रा करन तो पहला उत्थे कोविड मामले बारे जरूर पता लगाओ, ताकि तुहानूं पता हो कि जिथे तुसीं जा रहे हो उत्थे जाके तुहानूं कोई खतरा पैदा नहीं होएगा। सेहत और सुरक्षा उपावां की पालना करो, मास्क सैनिटाइजर की वरतों करो और समाजिक दूरी बनाई रखो। यात्रा बीमा और रद्द करन दी नीति की जांच भी करो। जेकर तुसीं यात्रा योजनावां बना रहे हो तां लचकदार बुकिंग विकल्प चुनो। जेकर तुसीं बीमार हो तो यात्रा ना करो, भावें तुहानूं हल्का जिहा बुखार जां जुकाम भी क्यों नहीं है। यात्रा करन तो बचन दी बेहतर होएगा तुहाडे लई, क्योंकि ये तुहानूं कोविड-19 तो बचा पाएगा। क्योंकि कोविड-19 जो है ज़्यादातर बजुर्गों के विच देखा जा रहा है, इस तो इलावा जिन्हां दा इम्यून सिस्टम कमज़ोर है उन्हां विच देखा जा रहा है। सो इसनूं रोकण वास्ते तुहानूं खुद नूं भी इस सावधानी वरतनी पवेगी ते ऐसी यात्रा नूं मुलतवी करना पएगा जो तुहानूं खतरा या फिर तुहानूं खतरे विच पा सकती है। सो हुण गल करते हैं कैनेडा की। जी हाँ, कैनेडा आउण दे इच्छुक लोगों लिए एक वड्डी राहत वाली खबर आई है, जो कि उन्हां नूं कैनेडा आउण दा मौका दे सकती है। जी हाँ, कैनेडा दे विच भी इमीग्रेशन नियम किते ना किते सख्त किए जा रहे हैं। इस समय पीआर दे लई अर्जियां भी बहुत ज़्यादा है। बैकलॉग दे विच भी बहुत ज़्यादा लिस्ट पई है, जिसनूं हले तक पूरा नहीं किया गया, जिन्हां दा हले प्रोसैसिंग टाइम भी शुरू नहीं होया है। सो इस तो पहला ही बहुत सारे लोगों दियां जो अर्जियां नहीं उसका निपटारा करने की कोशिश की जा रही है। इसी विचाले एक बड़ी खबर सामने आई है। तुहानूं दस दवां कि ਜਿਹੜੇ कैनेडा जाना चाਹੁੰਦੇ ਨੇ ਉਹਨਾਂ ਇੱਛੁਕ ਲੋਕਾਂ ਨੂੰ ਵੱਡੀ ਰਾਹਤ ਇਹ ਮਿਲ ਗਈ ਹੈ ਜਦੋਂ ਰੱਦ ਹੋਈਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਨਿਆਇਕ ਸਮੀਖਿਆ ਵਾਸਤੇ ਮਿਲਣ ਵਾਲਾ ਸਮਾਂ 30 ਦਿਨ ਤੋਂ ਵਧਾ ਕੇ 75 ਦਿਨ ਕਰ ਦਿੱਤਾ ਗਿਆ। ਜੀ ਹਾਂ, ਜੁਡੀਸ਼ੀਅਲ ਰਿਵਿਊ ਦੌਰਾਨ फैडरल अदालत वालों इमीग्रेशन विभाग के फैसले की घोख की जाती है और त्रुटि नज़र आने ते रद्द की अर्जी नूं मुड़ विचार वास्ते इमीग्रेशन विभाग को भेजा जा सकता है। दस्सिया जा रहा है कि न्यायिक समीक्षा लई आ रही अर्जियां दे बैकलॉग नूं वेखदियां ताज़ा तब्दीली की गई है। इमीग्रेशन अर्जी रद्द होने ते संबंधित
ਉਮੀਦਵਾਰ ਨੇ ਨਿਆਇਕ ਇਜਾਜ਼ਤ ਯਾਨੀ ਲੀਵ ਦੀ ਅਰਜ਼ੀ ਦਾਖਲ ਕਰਨੀ ਹੁੰਦੀ ਹੈ ਅਤੇ ਲੀਵ ਪ੍ਰਵਾਨ ਹੋਣ ਤੇ ਹੀ ਅਦਾਲਤ ਵੱਲੋਂ ਮਾਮਲੇ ਦੀ ਨਿਆਇਕ ਸਮੀਖਿਆ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਾਸਤੇ ਪਹਿਲਾਂ ਸਿਰਫ 30 ਦਿਨ ਹੀ ਮਿਲਦੇ ਸਨ। ਦੂਜੇ ਪਾਸੇ ਮੌਜੂਦਾ ਵਰ੍ਹੇ ਦੌਰਾਨ ਕੈਨੇਡੀਅਨ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵੀ 31% ਤੱਕ ਘਟ ਗਈ ਹੈ, ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਿਆਂ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ। ਇਸ ਕਰਕੇ ਭਾਰਤੀਆਂ ਦੀ ਗਿਣਤੀ ਇਸ ਵਿੱਚ 31% ਤੱਕ ਘਟ ਗਈ ਹੈ। 2025 ਦੀ ਪਹਿਲੀ ਤਿਮਾਹੀ ਦੌਰਾਨ ਯਾਨੀ ਕਿ 2025 ਦੀ ਮੈਂ ਗੱਲ ਕਰਾਂ ਤਾਂ ਸਟਾਰਟਿੰਗ ਦੇ ਵਿੱਚ ਕੈਨੇਡਾ ਦੇ ਵੱਲੋਂ ਤਕਰੀਬਨ 96,000 ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ 1,21,000 ਵੀਜ਼ੇ ਜਾਰੀ ਕੀਤੇ ਗਏ ਸਨ। ਭਾਰਤੀ ਵਿਦਿਆਰਥੀਆਂ ਨੂੰ ਇਹਨਾਂ ਵਿੱਚੋਂ 30,640 ਵੀਜ਼ੇ ਹਾਸਲ ਹੋਏ, ਜਦਕਿ 2024 ਦੀ ਪਹਿਲੀ ਤਿਮਾਹੀ ਦੌਰਾਨ 44,295 ਪਾਸਪੋਰਟਾਂ ਤੇ ਸਟੱਡੀ ਵੀਜ਼ੇ ਦੀ ਮੋਹਰ ਲੱਗੀ ਸੀਗੀ। ਪਰ ਕਿਤੇ ਨਾ ਕਿਤੇ ਇਹ ਗਿਣਤੀ ਹੁਣ ਲਗਾਤਾਰ ਘਟਦੀ ਜਾ ਰਹੀ ਹੈ। ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 2023 ਦੌਰਾਨ 6,82,000 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚੋਂ 2,78,000 ਵੀਜ਼ੇ ਭਾਰਤੀ ਵਿਦਿਆਰਥੀਆਂ ਦੇ ਹਿੱਸੇ ਆਏ ਸਨ ਅਤੇ ਗਿਣਤੀ ਬਹੁਤ ਜ਼ਿਆਦਾ ਹੈ। ਪਰ ਇਹ ਗਿਣਤੀ 2024 ਨੂੰ ਕਿਤੇ ਨਾ ਕਿਤੇ ਘਟ ਗਈ। ਸੋ 2024 ਆਉਂਦਿਆਂ ਕੁੱਲ ਵੀਜ਼ੇ ਦੀ ਗਿਣਤੀ ਜੋ ਸੀ ਉਹ ਘਟ ਕੇ 5,16,000 ਰਹਿ ਗਈ ਅਤੇ ਭਾਰਤੀ ਨੂੰ ਮਿਲੇ ਵੀਜ਼ੇ 1,88,000 ਤੱਕ ਸੀਮਿਤ ਹੋ ਗਏ। ਬਹੁਤ ਵੱਡਾ ਅੰਤਰ ਇਸ ਵਿੱਚ ਦੇਖਣ ਨੂੰ ਮਿਲਿਆ ਹੈ। ਇਹੀ ਇੱਕ ਵਜ੍ਹਾ ਹੈ ਕਿ ਹੁਣ ਵਿਦਿਆਰਥੀਆਂ ਦਾ ਮੋਹ ਜਿਹੜਾ ਹੈ ਕੈਨੇਡਾ ਤੋਂ ਭੰਗ ਹੁੰਦਾ ਜਾ ਰਿਹਾ ਹੈ ਅਤੇ ਵਿਦਿਆਰਥੀ ਜਿਹੜੇ ਦੂਸਰੇ ਦੇਸ਼ਾਂ ਦੇ ਵਿਕਲਪ ਚੁਣ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਕੈਨੇਡਾ ਵਿੱਚ ਆਰਜ਼ੀ ਤੌਰ ਤੇ ਮੌਜੂਦ ਲੋਕਾਂ ਦੀ ਗਿਣਤੀ 5% ਦੇ ਪੱਧਰ ਤੇ ਲੈ ਕੇ ਆਉਣੀ ਹੈ ਅਤੇ ਭਵਿੱਖ ਵਿੱਚ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਦੀ ਗਿਣਤੀ ਹੋਰ ਘਟਾਈ ਜਾ ਸਕਦੀ ਹੈ। ਤੁਹਾਨੂੰ ਦੱਸ ਦਵਾਂ ਕਿ ਇਹਨਾਂ ਸਾਰਿਆਂ ਦੀ ਗਿਣਤੀ ਘਟਾਉਣ ਦਾ ਵੱਡਾ ਮਕਸਦ ਇਹੀ ਹੈ ਕਿ ਕੈਨੇਡਾ ਦੇ ਵਿੱਚ ਵੱਧਦੀ ਹੋਈ ਬੇਰੁਜ਼ਗਾਰੀ, ਇਸ ਤੋਂ ਇਲਾਵਾ ਵੱਧਦੀ ਮਹਿੰਗਾਈ ਅਤੇ ਉੱਥੇ ਵੱਧਦੀ ਹੋਈ ਆਬਾਦੀ ਇੱਕ ਬਹੁਤ ਵੱਡੇ ਕਾਰਨ ਹੈ, ਜਿਨ੍ਹਾਂ ਕਰਕੇ ਇਹ ਜਿਹੜੀਆਂ ਗਿਣਤੀ ਹੈ ਘਟਾਈ ਜਾ ਰਹੀ ਹੈ। ਸਟੱਡੀ ਵੀਜ਼ੇ ਜਿਹੜੇ ਨੇ ਬਹੁਤ ਘੱਟ ਕਰ ਦਿੱਤੇ ਗਏ ਨੇ ਤਾਂ ਕਿ ਕੈਨੇਡਾ ਦੇ ਵਿੱਚ ਆਬਾਦੀ ਨੂੰ ਘਟਾਇਆ ਜਾ ਸਕੇ। ਸੋ ਤੁਹਾਨੂੰ ਦੱਸਾਂ ਕਿ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ 4,37,000 ਸਟੱਡੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ, ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੁੱਲ ਆંકੜਾ 4 ਲੱਖ ਤੋਂ ਹੇਠਾਂ ਰਹਿ ਸਕਦਾ ਹੈ। ਸਟੱਡੀ ਵੀਜ਼ਾ ਲਈ ਸ਼ਰਤਾਂ ਵਿੱਚ ਤਬਦੀਲੀ ਕਰਕੇ ਵੀ ਪੰਜਾਬੀ ਵਿਦਿਆਰਥੀਆਂ ਦਾ ਰੁਝਾਨ ਇਸ ਪਾਸੇ ਕਾਫੀ ਘਟਿਆ ਹੈ। ਸਟੂਡੈਂਟ ਡਾਇਰੈਕਟ ਸਟ੍ਰੀਮ ਇਹ ਖਤਮ ਹੋ ਚੁੱਕੀ ਹੈ, ਜਿਸ ਤਹਿਤ GIC ਦੇ ਰੂਪ ਵਿੱਚ $10,000 ਕੈਨੇਡਾ ਲਿਆਉਣੇ ਲਾਜ਼ਮੀ ਹੁੰਦੇ ਸਨ, ਪਰ ਹੁਣ ਵਿਦਿਆਰਥੀਆਂ ਨੂੰ $20,635 ਦੀ ਰਕਮ ਖਾਤੇ ਵਿੱਚ ਦਿਖਾਉਣੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਇਸ ਰਕਮ ਨੂੰ ਦਿਖਾਉਣ ਵਾਸਤੇ ਉਹਨਾਂ ਨੂੰ ਕਾਫੀ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ, ਜੋ ਉਹਨਾਂ ਲਈ ਕਾਫੀ ਜ਼ਿਆਦਾ ਮਹਿੰਗਾ ਸਾਬਤ ਹੁੰਦਾ ਹੈ। ਸੋ ਕੈਨੇਡਾ ਤੋਂ ਕਿਤੇ ਨਾ ਕਿਤੇ ਹੁਣ ਵਿਦਿਆਰਥੀ ਜਿਹੜਾ ਹੈ ਆਪਣਾ ਮੋਹ ਛੱਡ ਕੇ ਦੂਸਰੇ ਦੇਸ਼ਾਂ ਨੂੰ ਚੁਣਨਾ ਸ਼ੁਰੂ ਕਰ ਰਹੇ ਨੇ। ਸੋ ਦੂਸਰੇ ਪਾਸੇ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਸਟੱਡੀ ਵੀਜ਼ੇ ਜਿਹੜੇ ਨੇ ਉਹ ਘੱਟ ਕਰਨੇ ਸ਼ੁਰੂ ਕਰ ਦਿੱਤੇ ਨੇ। ਇੱਕ ਹਿਸਾਬ ਦੇ ਨਾਲ ਕੈਨੇਡਾ ਦੇ ਵੱਲੋਂ ਵਿਦਿਆਰਥੀਆਂ ਦੇ ਲਈ ਸਟੱਡੀ ਵੀਜ਼ੇ ਵਾਸਤੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਇਹ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਵਿੱਚ ਰਹਿ ਸਕਦੀ ਹੈ, ਕਿਉਂਕਿ ਹੁਣ ਇਹ ਗਿਣਤੀ 4 ਲੱਖ ਤੇ ਪੁੱਜੀ ਹੈ। ਇਹ ਕਿਹਾ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ 95,000 ਤੱਕ ਰਹੇਗੀ। ਇਸ ਤੋਂ ਬਾਅਦ ਅਗਲੇ ਸਾਲ ਯਾਨੀ ਕਿ 2026 ਤੋਂ ਬਾਅਦ 2027 ਦੇ ਵਿੱਚ ਗਿਣਤੀ ਹੋਰ ਘੱਟ ਹੋ ਜਾਵੇਗੀ, ਕਿਉਂਕਿ ਕੈਨੇਡਾ ਸਰਕਾਰ ਉੱਥੇ ਦੀ ਆਬਾਦੀ ਦੀ ਬੇਰੁਜ਼ਗਾਰੀ ਨੂੰ ਘਟਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਵਾਂ ਕਿ ਉੱਥੇ ਨੌਕਰੀ ਮਿਲਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇੱਕ ਉੱਥੇ ਨੌਕਰੀ ਐਸੀ ਹੁੰਦੀ ਸੀ ਜੋ ਤੁਹਾਨੂੰ ਆਮ ਤੌਰ ਤੇ ਕੈਫੇ, ਰੈਸਟੋਰੈਂਟ ਦੇ ਵਿੱਚ ਮਿਲ ਜਾਂਦੀ ਸੀਗੀ, ਉਹ ਹੁਣ ਉੱਥੇ ਮਿਲਣੀ ਮੁਸ਼ਕਿਲ ਹੋ ਚੁੱਕੀ ਹੈ, ਕਿਉਂਕਿ ਗਵਰਨਮੈਂਟ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਜਾਂ ਫਿਰ ਮੈਂ ਕਹਾਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਐਸੇ ਅਦਾਰੇ ਨੇ ਜਿੱਥੇ ਕਿ ਪ੍ਰਵਾਸੀ ਕੰਮ ਕਰਦੇ ਨੇ, ਉੱਥੇ ਸਭ ਤੋਂ ਪਹਿਲਾਂ ਜੋ ਉੱਥੇ ਨਾਗਰਿਕ ਨੇ ਯਾਨੀ ਕੈਨੇਡੀਅਨ ਨਾਗਰਿਕ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਏਗੀ। ਅਗਰ ਉਹਨਾਂ ਦੇ ਕੋਲ ਕੋਈ ਵੀ ਐਸਾ ਕੈਨੇਡੀਅਨ ਨਾਗਰਿਕ ਨਹੀਂ ਹੁੰਦਾ ਜਿਸ ਨੂੰ ਨੌਕਰੀ ਚਾਹੀਦੀ ਹੈ, ਦੈਨ ਕਿਸੇ ਪ੍ਰਵਾਸੀ ਨੂੰ ਨੌਕਰੀ ਮਿਲ ਸਕਦੀ ਹੈ। ਸੋ ਹੁਣ ਕੈਨੇਡਾ ਦੇ ਵਿੱਚ ਕਾਫੀ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਇਸੇ ਕਰਕੇ ਉੱਥੇ ਹੁਣ ਪ੍ਰਵਾਸੀਆਂ ਨੂੰ ਯਾਨੀ ਖਾਸ ਤੌਰ ਤੇ ਸਟੂਡੈਂਟਸ ਨੂੰ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ, ਕਿਉਂਕਿ ਸਟੂਡੈਂਟਸ ਆਪਣੀ ਪੜ੍ਹਾਈ ਦੇ ਨਾਲ ਕੰਮ ਕਰਦੇ ਹੁੰਦੇ ਸੀ, ਪਰ ਹੁਣ ਕੰਮ ਨਾ ਮਿਲਣ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦੇ ਕੋਲ ਪੈਸੇ ਦੀ ਦਿੱਕਤ ਦਾ ਵੀ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ ਹੈ, ਜੋ ਇਹ ਆਪਣੇ ਖੁਦ ਦੇ ਗੁਜ਼ਾਰੇ ਦੇ ਲਈ ਚਲਾਉਂਦੇ ਸੀ। एसी प्रोग्राम इंटरनेशनल अपडेट विच कुछ खास अपडेट्स और अपडेट्स लैके मैं सुरभि फिर तो हाजिर होवांगी। तुसीं बने रहो जी साडे चैनल पंजाब यूनिवर्सिटी दे नाल। मैनूं दो जी इजाजत और सब दा बहुत बहुत धन्नवाद।